ਹੈਲੋ ਫਰੈਂਡਸ, ਤੁਹਾਡੇ ਸਭ ਦਾ ਬਹੁਤ ਬਹੁਤ ਸਵਾਗਤ ਹੈ ਖੂਬਸੂਰਤ ਜੀ ਸੁਬਾਹ ਦੇ ਵਿੱਚ। ਤੇ ਨਵਾਂ ਟੌਪਿਕ ਅਸੀਂ ਕਰਾਂਗੇ ਉਹ ਹੈ ਪੋਲਿਟੀ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਪੋਲਿਟੀ ਦੇ ਕਿ ਅਸੀਂ ਪੋਲਿਟੀ ਦੇ ਵਿੱਚ ਕਿਹੜੇ ਟੌਪਿਕ ਕਵਰ ਕਰਾਂਗੇ। ਸੋ ਪੋਲਿਟੀ ਦੇ ਵਿੱਚ ਜਿਹੜੇ ਨੇ ਉਹ ਅਸੀਂ ਕਿਹੜੇ ਟੌਪਿਕ ਕਵਰ ਕਰਨੇ ਨੇ। ਲੈਟਸ ਨੋਟ ਕਰ ਲਓ ਆਪਣੀ ਕਾਪੀ ਦੇ ਉੱਪਰ। तो ਜਿਹੜਾ ਸਭ ਤੋਂ ਪਹਿਲਾਂ ਹੈ ਪੋਲਿਟੀ ਦੇ ਅਸੀਂ ਜਿਹੜੇ ਪੋਲਿਟੀ ਸਾਰੀ ਪੋਲਿਟੀ ਮੇ ਜਿਹੜੀ ਆ 8 ਤੋਂ 9 ਨੰਬਰ ਕੈਰੀ ਕਰਦੀ ਆ, ਠੀਕ ਆ। ਔਰ 8 ਤੋਂ 9 ਮਾਰਕਸ ਜਿਹੜੇ ਅਗਰ ਤੁਸੀਂ ਮੇਰੀ ਡੇਲੀ ਕਲਾਸਿਸ ਲਾਓਗੇ, ਹਰ ਇੱਕ ਕਲਾਸ ਦੇ ਵਿੱਚ ਹਰ ਇੱਕ ਟੌਪਿਕ ਨੂੰ ਮੈਂ ਬਰੀਫਲੀ ਅਤੇ ਕੰਪਲੀਟ ਪੂਰੀ ਮਤਲਬ ਕਿ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਕੰਪਲੀਟ ਕਰਾਵਾਂਗੀ। ਸੋ ਮੈਂ ਹੋਪ ਕਰਦੀ ਹਾਂ ਕਿ ਤੁਸੀਂ ਇਸ ਕਲਾਸਿਸ ਨੂੰ ਮਿਸ ਨਹੀਂ ਕਰੋਗੇ, ਇਨ ਸੀਰੀਜ਼ ਨੂੰ। ਸੋ ਅੱਜ ਜਿਹੜੀ ਪੋਲਿਟੀ ਦੀ ਸੀਰੀਜ਼ ਕਲਾਸ 1 ਆ ਤੋ ਬਟ ਇਹਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਅਸੀਂ ਡਿਸਕਸ ਕਰ ਲਈਏ ਕਿ ਕਿਹੜੇ ਟੌਪਿਕ ਅਸੀਂ ਕਰਨੇ ਆ। ਸਭ ਤੋਂ ਪਹਿਲਾਂ ਕੌਨਸਟੀਟਿਊਸ਼ਨ ਐਂਡ ਇਟਸ ਫੀਚਰਸ। ਕੌਨਸਟੀਟਿਊਸ਼ਨ ਐਂਡ ਇਟਸ ਫੀਚਰਸ ਕਰਨੇ ਆ। ਨੈਕਸਟ ਕਲਾਸ ਦੇ ਵਿੱਚ ਅਸੀਂ ਸੈਂਟਰਲ ਐਂਡ ਸਟੇਟ ਲੈਜਿਸਲੇਚਰ, ਇਹਦੀ ਮੇ ਵੀ 2 ਕਲਾਸਿਸ ਵੀ ਹੋ ਸਕਦੀ, ਇੱਕ ਦੇ ਵਿੱਚ ਵੀ ਕੰਪਲੀਟ ਹੋ ਸਕਦਾ। ਉਹ ਤੁਹਾਡੇ 'ਤੇ ਵੀ ਡਿਪੈਂਡ ਕਰਦਾ ਹੈ। ਔਰ ਠੀਕ ਹੈ, ਐਗਜ਼ੀਕਿਊਟਿਵ ਔਰ ਲੋਕਲ ਗਵਰਨਮੈਂਟ ਬਾਰੇ ਪੜ੍ਹਾਂਗੇ। ਫਿਰ ਅਸੀਂ ਜੁਡੀਸ਼ੀਅਲ, ਸਭ ਤੋਂ ਪਹਿਲਾਂ ਸਾਨੂੰ ਸਿਲੇਬਸ ਪਤਾ ਹੋਣਾ ਚਾਹੀਦਾ ਵਾ, ਜੁਡੀਸ਼ੀਅਲ ਇੰਸਟੀਟਿਊਸ਼ਨਸ। ਔਰ ਲਾਸਟ 'ਤੇ ਅਸੀਂ ਸਾਰੇ ਆਰਟੀਕਲਸ ਪੜ੍ਹਾਂਗੇ। ਆਰਟੀਕਲਸ ਤੋਂ ਬਾਅਦ ਅਸੀਂ ਸਾਰੇ ਅਮੈਂਡਮੈਂਟਸ ਪੜ੍ਹਾਂਗੇ। ਸੋ ਇਹ ਜਿਹੜਾ ਵਾ 8 ਤੋਂ 9 ਨੰਬਰ, ਅਗਰ ਤੁਸੀਂ ਇਹਨਾਂ ਟੌਪਿਕਸ ਨੂੰ ਇਹਨਾਂ ਕਲਾਸਿਸ ਨੂੰ ਲਗਾਉਂਦੇ ਹੋ ਮੇਰੇ ਨਾਲ ਤਾਂ ਤੁਹਾਡੇ 8 ਤੋਂ 9 ਨੰਬਰ ਕਿਤੇ ਵੀ ਨਹੀਂ ਗਏ। ਔਰ ਇੱਕ ਤੋਂ ਹੀ ਘੁਮਾ ਫਿਰਾ ਕੇ ਜਿਹੜੇ ਹਰ ਕੁਐਸਚਨ ਹਾਰਡ ਟਾਈਪ ਦੇ। ਫਿਰ ਇਸ ਤੋਂ ਬਾਅਦ ਲਾਸਟ ਦੇ ਵਿੱਚ ਅਸੀਂ ਕੀ ਕਰਾਂਗੇ, MCQ ਕੁਐਸਚਨਸ ਕਰਾਂਗੇ, ਠੀਕ ਹੈ। ਸੋ ਸਭ ਤੋਂ ਪਹਿਲਾਂ ਅੱਜ ਦੀ ਕਲਾਸ ਜਿਹੜੀ ਹੋਏਗੀ ਉਹ ਹੋਏਗੀ ਕੌਨਸਟੀਟਿਊਸ਼ਨ ਐਂਡ ਇਟਸ ਫੀਚਰ, ਠੀਕ ਹੈ। ਤਾਂ ਆਈਏ ਕਰਦੇ ਹਾਂ ਸਟਾਰਟ। ਜਿਹੜੀ ਸਾਡੀ ਫਰਸਟ ਕਲਾਸ ਹੈ ਉਹ ਹੋਏਗੀ ਕੌਨਸਟੀਟਿਊਸ਼ਨ ਐਂਡ ਫੀਚਰ। ਸੋ ਆਪਣੀ ਕਾਪੀ ਰਜਿਸਟਰ ਓਪਨ ਕਰ ਲਓ। ਤੋ ਇਸੇ ਤਰ੍ਹਾਂ ਅੱਜ ਦੀ ਕਲਾਸ ਦੇ ਵਿੱਚ ਜਦੋਂ ਅਸੀਂ ਆਹ ਵਾਲੀ ਕਲਾਸ ਕੰਪਲੀਟ ਕਰ ਦੇਣੀ ਆ ਅਤੇ ਤੁਸੀਂ ਇਹਦੇ ਨੋਟਸ ਬਣਾਉਣੇ ਆ ਜਿਵੇਂ ਮੈਂ ਬਣਾਏ ਆ। ਅਤੇ ਔਰ ਇਸ ਤੋਂ ਬਾਅਦ ਵੀਡੀਓ ਖਤਮ ਹੋਣ ਤੋਂ ਬਾਅਦ ਅਸੀਂ ਜਿਹੜਾ ਵਾ ਇਹਨਾਂ ਨੂੰ ਲਰਨ ਕਰਨਾ ਆ। ਫਿਰ ਨੈਕਸਟ ਵੀਡੀਓ ਆਏਗੀ ਉਹਨਾਂ ਨੋਟਸ ਨੂੰ ਲਰਨ ਕਰਨਾ। ਫਿਰ ਨੈਕਸਟ ਇਸੇ ਤਰ੍ਹਾਂ ਜਿਹੜਾ ਵਾ ਸਾਡਾ ਸਾਰਾ ਰਿਟਨ ਨੋਟਸ ਵੀ ਬਣ ਜਾਣੇ, ਹੈਂਡ ਰਿਟਨ ਨੋਟਸ, ਔਰ ਸਾਡੇ ਲਰਨਿੰਗ ਵੀ ਹੁੰਦੀ ਰਹਿਣੀ ਆ। ਔਰ ਲਾਸਟ 'ਤੇ ਅਸੀਂ MCQs ਪ੍ਰੈਕਟਿਸ ਕਰਾਂਗੇ। ਸੋ ਇੰਟਰੋਡਕਸ਼ਨ 'ਚ ਕੀ ਹੈ, ਦ ਲਿਟਰੇਰੀ ਮੀਨਿੰਗ ਆਫ ਦ ਕੌਨਸਟੀਟਿਊਸ਼ਨ। ਕੌਨਸਟੀਟਿਊਸ਼ਨ ਦਾ ਮਤਲਬ ਕੀ ਹੈ? ਕੌਨਸਟੀਟਿਊਸ਼ਨ ਦਾ ਮਤਲਬ ਹੈ ਦ ਕੰਪੋਜੀਸ਼ਨ ਆਫ ਸਮਥਿੰਗ, ਕਿਸੇ ਚੀਜ਼ ਦਾ ਜੋੜ, ਕਿਸੇ ਚੀਜ਼ ਦਾ ਹੀ ਕੰਪੋਜੀਸ਼ਨ, ਠੀਕ ਹੈ। ਕੰਪੋਜੀਸ਼ਨ ਆਫ ਸਮਥਿੰਗ। The term constitution come through French from the Latin word constituto used for regulations and orders. I hope so कि ਤੁਹਾਨੂੰ ਰਾਈਟਿੰਗ ਸਮਝ ਆ ਰਹੀ ਹੋਏਗੀ। ਸੋ ਕਲੀਅਰ ਐਂਡ ਕੱਟ ਅਗਰ ਕਿੱਥੋਂ ਨਹੀਂ ਪਤਾ ਲੱਗੇਗਾ ਤੁਸੀਂ ਕਮੈਂਟ ਸੈਕਸ਼ਨ ਵਿੱਚ ਮੈਨੂੰ ਪੁੱਛ ਸਕਦੇ ਹੋ। ਇੱਕ ਕੌਨਸਟੀਟਿਊਸ਼ਨ ਹੁੰਦਾ ਵਾ ਕੋਈ ਚੀਜ਼ ਦਾ ਇਕੱਠ, ਕੋਈ ਚੀਜ਼ ਦਾ ਕੰਪੋਜੀਸ਼ਨ। ਬਟ ਇੱਥੇ ਕਿਹੜੇ ਇਕੱਠ ਦੀ ਗੱਲ ਕੀਤੀ ਗਈ ਆ, ਇਹ ਜਿਹੜਾ ਵਾ ਕੌਨਸਟੀਟਿਊਸ਼ਨ ਵਰਡ ਜਿਹੜਾ ਫਰੈਂਚ ਤੋਂ ਲਿਆ ਗਿਆ ਵਾ, ਲੇਟਨ ਵਰਡ ਕੌਨਸਟੀਟਿਊਟੋ ਤੋਂ ਬਣਿਆ ਹੋਇਆ ਆ। ਸੋ ਇਹ ਕੁਐਸਚਨ ਵਿੱਚ ਪੁੱਛਿਆ ਜਾ ਸਕਦਾ ਆ ਕਿਹੜੇ ਵਰਡ ਤੋਂ ਲਿਆ, ਲੇਟਨ ਵਰਡ ਕੌਨਸਟੀਟਿਊਟੋ, ਯੂਜ਼ ਫॉर ਰੈਗੂਲੇਸ਼ਨਸ ਐਂਡ ਆਰਡਰਸ ਵਗੈਰਾ ਦੇਣ ਲਈ ਜਿਹੜਾ ਇਸਤੇਮਾਲ ਕੀਤਾ ਜਾਂਦਾ ਹੈ। ਦ ਬੇਸਿਕ ਪ੍ਰਿੰਸੀਪਲ ਐਂਡ ਲਾਅ ਆਫ ਦ ਨੇਸ਼ਨ
state or social group that determines the power and duties of the government and graduates certain right to the people in it. बेसिक प्रिंसिपल ਇਹਦਾ लॉ की ਇਹਦਾ मकसद की है कि ਜਿਹੜਾ ਵਾ सोशल ग्रुप्स वगैरह ने ਜਿਹੜੇ ਉਹਨਾਂ ਨੂੰ ਪਾਵਰਸ ਸਰਕਾਰ ਨੂੰ ਪਾਵਰਸ ਡਿਊਟੀਜ਼ ਮਤਲਬ ਇਹਨਾਂ ਸਭ ਚੀਜ਼ਾਂ ਪੀਪਲ ਨੂੰ ਰਾਈਟਸ ਵੀ ਦਿੱਤੇ ਜਾਣ ਪ੍ਰੋਪਰ ਗਵਰਨਮੈਂਟ ਨੂੰ ਕਿੱਦਾਂ ਡਿਊਟੀ ਕਰਨੀ ਹੈ ਕੀ ਸੁਸਾਇਟੀ ਦੀ ਪਾਵਰਸ ਹੈ ਇਹ ਸਭ ਜਿਹੜਾ ਵਾ ਰੂਲਸ ਐਂਡ ਰੈਗੂਲੇਸ਼ਨਸ ਡੀਲ ਕਰਦੀ ਹੈ ਇੱਕ ਸੰਵਿਧਾਨ ਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ It is the supreme law of the country and every citizen of our country must abide by the constitution. Constitution एक supreme law country ਦਾ ਮੰਨਿਆ ਜਾਂਦਾ ਹੈ ਇੱਕ ਹਾਈ ਲੈਵਲ ਦੀ ਪਾਵਰ ਇੱਕ ਹਾਈ ਲੈਵਲ ਦਾ ਕਾਨੂੰਨ ਮੰਨਿਆ ਜਾਂਦਾ ਹੈ supreme law. It is the largest written liberal democratic constitution of the world. ਇਹ ਪੂਰੇ ਵਰਲਡ ਦਾ ਇੱਕ ਲਾਰਜੈਸਟ ਲਿਬਰਲ ਡੈਮੋਕ੍ਰੇਟਿਕ ਇੱਕ ਮਤਲਬ ਕਿ ਪੂਰੀ ਦੁਨੀਆ ਨੂੰ ਚਲਾਉਣ ਲਈ ਕੀ ਹੈ ਸੰਵਿਧਾਨ ਠੀਕ ਹੈ ਸੰਵਿਧਾਨ ਮਤਲਬ constitution. Next, since its inauguration on 26 January 1950, the Constitution of India has been successfully guiding the path and progress of India. Inauguration कदों हुई सी ਇਹਦੀ 26 जनवरी 1950 ਦੇ ਵਿੱਚ ਜਿਹਨੂੰ ਰਿਪਬਲਿਕ ਡੇ ਵੀ ਕਿਹਾ ਜਾਂਦਾ ਹੈ ਔਰ ਕਨਸਟੀਟਿਊਸ਼ਨ ਡੇ ਵੀ ਕਿਹਾ ਜਾਂਦਾ ਹੈ ਠੀਕ ਹੈ ਨੈਕਸਟ ਇਹ ਤੇ ਹੋ ਗਿਆ ਸਾਡਾ ਕਨਸਟੀਟਿਊਸ਼ਨ ਬਟ ਅਸੀਂ ਹੁਣ ਇੱਥੇ ਦੇਖ ਲੈਂਦੇ ਹਾਂ ਕਿ ਜਿਹੜਾ ਕਨਸਟੀਟਿਊਸ਼ਨ ਆ ਉਹ ਜਿਹੜਾ ਵਾ ਪਹਿਲਾਂ ਕੀ ਸੀ ਮਤਲਬ ਕਿੱਥੋਂ ਸ਼ੁਰੂਆਤ ਹੋਈ 1634 ਦੇ ਵਿੱਚ ਦ ਕਿੰਗ ਆਫ ਸਵੀਡਨ ਅਡੋਪਟਡ ਦ 1634 ਇੰਸਟਰੂਮੈਂਟ ਆਫ ਗਵਰਨਮੈਂਟ drawn up under the Lord High Chancellor of Sweden Alex Oxenstierna after the death of the King Gustav Adolphus. It is the first written constitution adopted by the modern state. So question पूछा जा सकता है modern state ਦਾ first written constitution ਕਿਹੜਾ ਸੀ ਤੇ ਕਦੋਂ ਅਡੋਪਟ ਕੀਤਾ ਗਿਆ 1634 ਦੇ ਵਿੱਚ ਅਡੋਪਟ ਕੀਤਾ ਗਿਆ ਕਿਹਦੇ ਦੁਆਰਾ ਦ ਕਿੰਗ ਆਫ ਸਵੀਡਨ ਦੇ ਰਾਜੇ ਦੇ ਦੁਆਰਾ ਉਹਨੇ ਕੱਢਿਆ ਸੀ ਕਿ ਇੰਸਟਰੂਮੈਂਟ ਆਫ ਗਵਰਨਮੈਂਟ ਸਰਕਾਰ ਦਾ ਇੱਕ ਇੰਸਟਰੂਮੈਂਟ ਤਾਂ ਸਮਝਦੇ ਹੀ ਹੋ ਨਾ ਸਾਧਨ ਵਗੈਰਾ ਡਰਾਨ ਅਪ ਅੰਡਰ ਦਾ ਮਾਡਰਨ ਹਾਈ ਪਹਿਲਾਂ ਜਿਹੜਾ ਵਾ ਕੌਣ ਸੀ ਗਵਾਸਟਸ ਅਡੋਲਫਸ ਸੀ ਉਹਦੀ ਡੈਥ ਤੋਂ ਬਾਅਦ ਆ ਜਿਹੜਾ ਉਹਨੇ ਕੱਢਿਆ ਸੀ ਸੋ ਅਗਰ ਪੁੱਛਿਆ ਜਾਏ ਕਿ ਸਭ ਤੋਂ ਓਲਡੈਸਟ ਐਂਡ ਸ਼ਾਰਟੈਸਟ ਰਿਟਨ ਕਨਸਟੀਟਿਊਸ਼ਨ ਕਿਹੜਾ ਆ ਉਹ ਆ USA ਦਾ ਯੂਨਾਈਟਿਡ ਸਟੇਟ ਆਫ ਅਮਰੀਕਾ ਦਾ ਜੋ ਕਿ ਬਣਿਆ ਸੀ 1789 ਦੇ ਵਿੱਚ ਅਗਰ ਕੁਐਸਚਨ ਦੇ ਵਿੱਚ ਪੁੱਛਿਆ ਜਾਵੇ ਕਿ ਸਭ ਤੋਂ ਲਾਰਜੈਸਟ ਕਿਹੜਾ ਆ ਉਹ ਹੈ ਸਾਡੀ ਇੰਡੀਆ ਦਾ ਤੁਸੀਂ ਇਹਨੂੰ ਸਕਰੀਨਸ਼ਾਟ ਲੈ ਸਕਦੇ ਹੋ ਔਰ ਇਸ ਦੇ ਵਿੱਚ ਦੇਖ ਸਕਦੇ ਹੋ ਹਰ ਇੱਕ ਲਾਈਨ ਜਿਹੜੀ ਆ ਲਰਨ ਕਰਨ ਵਾਲੀ ਆ ਹਰ ਤਰ੍ਹਾਂ ਦੇ ਪੇਪਰ ਲਈ ਸਬ ਇੰਸਪੈਕਟਰ ਹੋ ਗਿਆ ਕਾਂਸਟੇਬਲ ਹੋ ਗਿਆ ਠੀਕ ਹੈ ਇਹਨਾਂ ਸਭ ਪੇਪਰਸ ਲਈ ਜਿਹੜਾ ਵਾ ਇਹ ਪੋਲਿਟੀ ਕਰ ਲਓਗੇ ਤੇ ਇਟਸ ਇਨਫ SI ਦਾ ਪੇਪਰ ਹੋ ਗਿਆ ਕਾਂਸਟੇਬਲ ਦਾ ਹੋ ਗਿਆ ਦਿੱਲੀ ਪੁਲਿਸ ਦਾ SSC GD ਦਾ ਹੋ ਗਿਆ ਠੀਕ ਹੈ ਸੋ ਇਹ ਹੋ ਗਿਆ ਸੀ ਇੰਟਰੋਡਕਸ਼ਨ ਹੁਣ ਅਸੀਂ ਪੜਾਂਗੇ ਫੀਚਰਸ ਕੀ ਨੇ ਸਭ ਤੋਂ ਪਹਿਲਾਂ ਆ ਕਿ ਰਿਟਨ ਐਂਡ ਡਿਟੇਲ ਕਨਸਟੀਟਿਊਸ਼ਨ ਕਿ ਕਨਸਟੀਟਿਊਸ਼ਨ ਹੈ ਜਿਹੜਾ ਉਹਦੀ ਕਦੋਂ ਬਣਿਆ ਸੀ ਉਹਨੂੰ ਮਤਲਬ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਪੁੱਛਿਆ ਜਾਂਦਾ ਆ ਕਿ ਜਿਹੜਾ ਵਾ ਕਨਸਟੀਟਿਊਸ਼ਨ ਆ ਉਹਨੂੰ ਕਿੰਨਾ ਸਮਾਂ ਲੱਗਾ ਬਣਨ ਦੇ ਵਿੱਚ ਤਾਂ ਤੁਸੀਂ ਕਹਿਣਾ ਹੈ 2 year 11 month and 18 days 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ ਇੱਕ ਸੰਵਿਧਾਨ ਨੂੰ ਬਣਨ ਦੇ ਵਿੱਚ ਸਾਡੇ ਇੰਡੀਆ ਦੇ ਸੋ ਇਹਦੇ ਵਿੱਚ 395 ਆਰਟੀਕਲਸ ਆ 22 ਪਾਰਟਸ ਆ 12 ਸ਼ਡਿਊਲ ਆ ਔਰ 105 ਕਨਸਟੀਟਿਊਸ਼ਨ ਅਮੈਂਡਮੈਂਟਸ ਨੇ ਐਜ਼ ਇਟ ਇਜ਼ ਲਰਨ ਕਰਨਾ ਹੈ ਨੈਕਸਟ ਸੈਲਫ ਮੇਡ ਇੰਟਰੈਕਟਿਡ ਕਨਸਟੀਟਿਊਸ਼ਨ Self-made interactive constitution was organized in December 1946 ਦੇ ਵਿੱਚ ਜਿਹੜਾ ਵਾ constitution assembly ਹੋਈ ਸੀ constitution assembly ਕਦੋਂ ਹੋਈ ਸੀ 1746 ਦੇ ਵਿੱਚ ਪਰ ਜਿਹੜੀ ਪਹਿਲੀ ਮੀਟਿੰਗ ਹੋਈ ਉਹ ਕਦੋਂ ਹੋਈ 9 ਦਸੰਬਰ 1946 ਦੇ ਵਿੱਚ ਫਰਸਟ ਮੀਟਿੰਗ ਹੋਈ ਸੀ 9 ਦਸੰਬਰ ਸੈਕੰਡ ਮੀਟਿੰਗ ਹੋਈ ਸੀ 11 ਔਰ ਥਰਡ ਮੀਟਿੰਗ ਹੋਈ ਸੀ 13 ਦਸੰਬਰ 1946 ਦੇ ਵਿੱਚ It passed the objective resolution on 22 January 1947 objective resolution ਜਿਹੜਾ ਸੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਦੁਆਰਾ ਬਣਾਇਆ ਗਿਆ ਸੀ
ਉਹ ਕਦੋਂ ਬਣਾਇਆ ਗਿਆ ਸੀ? ਉਹ ਸੀ 22 ਜਨਵਰੀ 1947 ਦੇ ਵਿੱਚ। ਜਿਹੜਾ ਸੀ ਇਹਦੀ ਕਾਰਵਾਈ ਹੋ ਗਈ ਸੀ 26 ਨਵੰਬਰ 1949 ਦੇ ਵਿੱਚ ਹੋ ਗਈ ਸੀ, ਬਟ ਜਿਹੜਾ ਵਾ ਇਹਨੇ ਇੰਪਲੀਮੈਂਟ ਫੁੱਲੀ ਆਪਰੇਸ਼ਨ ਦੇ ਵਿੱਚ ਕਦੋਂ ਆਇਆ ਸੀ? ਉਹ ਆਇਆ ਸੀ 26 ਜਨਵਰੀ 1950 ਦੇ ਵਿੱਚ, ਜਿਹਨੂੰ ਰਿਪਬਲਿਕ ਡੇ ਵੀ ਕਿਹਾ ਜਾਂਦਾ ਔਰ ਆਲਰੇਡੀ ਮੈਂ ਪਿੱਛੇ ਦੱਸ ਚੁੱਕੀ ਹਾਂ ਇਹਨੂੰ ਕੌਨਸਟੀਟਿਊਸ਼ਨ ਡੇ ਵੀ ਕਿਹਾ ਜਾਂਦਾ ਹੈ। थर्ड, प्रीएम्बल। प्रीएम्बल इज़ वेरी इंपॉर्टेंट टॉपिक इन द इंडियन कॉन्स्टिट्यूशन, क्योंकि प्रीएम्बल की कहा जाता है, प्रीएम्बल इज़ अ की ऑफ द कॉन्स्टिट्यूशन और इट इज़ अ वेल ड्राफ्टेड डॉक्यूमेंट विच स्टेट द फिलोसफी ऑफ द कॉन्स्टिट्यूशन। प्रीएम्बल इज़ एन आइडेंटी कार्ड ऑफ कॉन्स्टिट्यूशन। प्रीएम्बल इज़ अ सोल ऑफ कॉन्स्टिट्यूशन। प्रीएम्बल एक आइडेंटी कार्ड और एक आत्मा, एक सोल की कॉन्स्टिट्यूशन की सोल कहा जाता है। जोड़ा आइडेंटिटी कार्ड ऑफ कॉन्स्टिट्यूशन किन्ने कहा सी? एन ए पालकी वाला ने क्वेश्चन पूछा जा सकता है, इट्स इंपॉर्टेंट। प्रीएम्बल नूं जिहड़ा वा प्रीएम्बल इज़ सोल ऑफ कॉन्स्टिट्यूशन ये किन्ने कहा सी? ठाकुर दास भरगावा ने कहा सी। SDR मतलब सोशलिस्ट, सोवेगन, सोशलिस्ट, सैकुलर, डेमोक्रेट, रिपब्लिक। प्रीएम्बल दे विच ये वर्ड्स आउंदे ने। जलेफी, ये मैं शॉर्ट ट्रिक दसी है तुहानूं। जलेफी मीनस जस्टिस, लिबर्टी, इक्वालिटी, फ्रेटर्निटी एंड इंटीग्रिटी। सो सोशलिस्ट और सैकुलर और इंटीग्रिटी जोड़े वर्ड्स ने ये ऐड किए गए सी 42 कॉन्स्टिट्यूशन अमेंडमेंट एक्ट 1976 के विच। ये इंपॉर्टेंट क्वेश्चन बन जाता वा कि सोशलिस्ट, सैकुलर, इंटीग्रिटी एडेड किए गए सी किहड़े अमेंडमेंट के राही? 42th कॉन्स्टिट्यूशन अमेंडमेंट के राही 1976 के विच। सो और ये की क्या सी? एजुकेशन, फॉरेस्ट, वेट मेजरमेंट, वाइल्ड लाइफ, फैमिली प्लैनिंग, पॉपूलेशन कंट्रोल वो भी ऐड किए गए सी कॉन्करेंट लिस्ट दे विच। कित्थों लैके? स्टेट लिस्ट चों लैके कॉन्करेंट लिस्ट दे विच ऐड किए सी। नैक्सट, सोल ऑफ कॉन्स्टिट्यूशन किनू कहा जाता है? प्रीएम्बल नूं। प्रीएम्बल नूं कहा जाता है सोल ऑफ कॉन्स्टिट्यूशन। केशवानंद भारती केस जो कि 1973 ਦੇ ਵਿੱਚ ਹੋਇਆ ਸੀ, ਪੁੱਛਿਆ ਜਾ ਸਕਦਾ केशवानंद भारती केस कदों होया सी? 1973 ਦੇ ਵਿੱਚ ਹੋਇਆ ਸੀ। द सुप्रीम कोर्ट रिजेक्टेड द अर्लीयर ओपीनियन टू हैल्ड दैट प्रीएम्बल इज़ एन इंटीग्रल पार्ट ऑफ द कॉन्स्टिट्यूशन। प्रीएम्बल की मन्निया गया सी एक इंटीग्रल, एक इंपॉर्टेंट, एक मतलब अंदरूनी हिस्सा मन्निया गया सी कॉन्स्टिट्यूशन का, संविधान का। किहदे राही? केशवानंद भारती केस जो कि 1973 ਦੇ ਵਿੱਚ ਹੋਇਆ ਸੀ। इस केस ਨੂੰ फंडामेंटल राइट केस भी कहा जाता है, इज़ ऑल्सो नोन एज फंडामेंटल राइट केस। द प्रीएम्बल स्टेट दैट द कॉन्स्टिट्यूशन ड्राइव्स इट्स अथॉरिटी फ्रॉम द पीपल ऑफ इंडिया। जो कॉन्स्टिट्यूशन जोड़ा वा सारा कार्रवाई करे मतलब कि किहदी सुनता है, किहदी अथॉरिटी दे, किहदी पावर दे, पीपल ऑफ इंडिया की, मतलब लोगों की ही ताकत दे द्वारा। फोर्थ फीचर ਇਹਦਾ ਲੈਂਥੀਐਸਟ कॉन्स्टिट्यूशन ऑफ द वर्ल्ड। प्रीएम्बल की है? एक ਲੈਂਥੀਐਸਟ कॉन्स्टिट्यूशन है दुनिया का, पूरे वर्ल्ड का, कॉन्स्टिट्यूशन। इंडियन कॉन्स्टिट्यूशन इज़ वन ऑफ द लेंथीएस्ट कॉन्स्टिट्यूशन ऑफ द वर्ल्ड। सब तो एक क्वेश्चन आ सकता है, सब तो लेंथीएस्ट कॉन्स्टिट्यूशन पूरे वर्ल्ड का केड़ा आ? वो है इंडिया, जिहदे विच 12 शेड्यूल और 448 आर्टिकल्स ने। द पेरेंट डॉक्यूमेंट फॉर ड्राफ्टिंग द इंडियन कॉन्स्टिट्यूशन मतलब ड्राफ्ट मतलब कि एक ड्राफ्ट होंदा है ना, जिवें कि छोटा जिहा सैंपल बनाउणा या है ना ड्राफ्ट बनाउणा, ते ओह जिहड़ा कित्थों लिया गया है कॉन्स्टिट्यूशन दा ड्राफ्ट किन्नू मन्निया जाता है? गवर्नमेंट ऑफ इंडिया एक्ट 1935 नूं मन्निया जाता है। इट्स इंपॉर्टेंट। इन्हां दे विच जिहड़ियां हर एक लाइन इंपॉर्टेंट है, कुछ भी फालतू नहीं है, कुछ भी एक्सट्रा नहीं है, कुछ भी घट नहीं है। पूरा पॉइंट ऑफ व्यू दे एग्जाम पॉइंट ऑफ व्यू के नाल जिहड़े है ये जिहड़े नोट्स तुसीं बनाने आ। एस्टैबलिशमेंट ऑफ सोवेगन, सोशल, सैकुलर, डेमोक्रेट, रिपब्लिक। सोवेनिटी मैं सिंपल वर्ड के दस देनी है। सोवेनिटी मीनस पावर देना, ठीक है, सरकार को पावर। ये सोवेनिटी दो तरह की, इंटरनल, एक्सटर्नल। सोशलिस्ट होंदा है लोगों की मतलब देखना कि है ना उन्होंने की जरूरत। सैकुलर भी वही है, पीपल के वैलफेयर वगैरह देखना इकनोमिकली। डेमोक्रेटिक एक समाजिक मतलब कि डेमोक्रेटिक सारी राइट्स वगैरह आ जांदियां ने एक डेमोक्रेटिक कंट्री के लोगों को भी सुनिया जाता है। और रिपब्लिक जिहड़ा वर्ड्स है ये जिहड़ा वा आपां फ्रेंच तो लिया रिपब्लिक, फ्रेंच के संविधान तो लिया, देख सकते हो। द कंसैप्ट ऑफ रिपब्लिक वॉज बोरोड फ्रॉम द कॉन्स्टिट्यूशन ऑफ फ्रांस। इंश्योर दैट ये फ्रेंच तो लिया गया है और इंश्योर करता है कि दादा कि नो हेरेडिटरी रूलर्स एंड ऑल्सो इंश्योर अबाउट इलैक्शंस की भी देख रेख करता है।
जस्टिस जस्टिस जिहड़े साडे कंट्री सानूं पता होना चाहिए तीन तरह के किहड़े जस्टिस है सोशलिस्ट इकनॉमिक जस्टिस एंड पोलिटिकल जस्टिस लिबर्टी फटर्निटी ये जिहड़े फ्रेंच रेवोल्यूशन के वर्ड विच जिहड़े वर्ड्स ने यूज़ किए गए नहीं सी। नैक्सट सिक्स्थ फीचर है पार्लीमेंटरी फॉर्म ऑफ गवर्नमेंट द बाईकैमरल लैजिसलेचर सिस्टम इज़ फॉलोड इन अवर कंट्रीज। सो पार्लीमेंटरी फॉर्म ऑफ गवर्नमेंट एक पार्लीमेंटरी फॉर्म ऑफ गवर्नमेंट दे विच की आ कि जिहड़ी साडी इंडिया दे विच आ बाईकैमरल लैजिसलेचर सिस्टम यूज़ किया जाता है बट यूनीकैमरल अगर क्वेश्चन दे विच पूछ ले यूनीकैमरल लैजिसलेचर सिस्टम किहदे विच यूज़ किया जाता है वो नॉर्वे दे विच। आर्टिकल 47 ऑफ 74 एंड 75 इज़ कंसर्न विद पार्लीमेंटरी सिस्टम एट सेंटर दे विच बारे गल करते हैं और आर्टिकल 163 और 64 जिहड़ा ना गल करता है स्टेट दी पार्लीमेंटरी सिस्टम के बारे गल करता है। सैवंथ फीचर आ जाता है कि फंडामेंटल राइट्स और ड्यूटीज़ भी जिहड़ियां ने इहदे विच मिल जांदियां कि ड्यूटीज़ नूं भी और राइट्स नूं भी ध्यान रखते हुए फंडामेंटल पार्ट थर्ड दे विच ये सारे असी पार्ट्स और आर्टिकल सैपरेटली पढ़ांगे बट फीचर्स दे विच सानू पढ़ना ही पैना ताकि तुहानूं अगे जाके ईजी रहेगा। इस करके पार्ट 3 दे विच काहदे बारे गल करदा है फंडामेंटल राइट्स के बारे 12 आर्टिकल तो लैके 35 आर्टिकल भी जिहड़ी फंडामेंटल राइट्स के बारे गल करदा है। 14 तो लैके 18 आर्टिकल जिहड़ा वा वो गल करता इक्वालिटी राइट टू फ्रीडम 19 to 22 राइट अगेंस्ट एक्सप्लॉयटेशन राइट टू ये सारे तुसीं लर्न करने हैं ठीक है एज इट इज़। और फंडामेंटल ड्यूटीज़ की गल कित्थे कीती गई आ पार्ट 4A दे विच आर्टिकल 51A दे विच इंपॉर्टेंट इट्स वेरी इंपॉर्टेंट पूछा जाता है ठीक है। नेक्स्ट डायरेक्टिव प्रिंसीपल ऑफ स्टेट पॉलिसी DPSP की फुल फॉर्म पूछी जा सकती बट इस बार हुण नहीं पूछी जाती पहला सी कि हुण कंपटीशन बहुत बढ़ गया हुण मोल्ड करके क्वेश्चन पूछे जा रहे हैं। DPSP किहड़े पार्ट दे विच आ पार्ट 4 इंडियन कॉन्स्टिट्यूशन डील करता है DPSP के बारे ये आर्टिकल कितों ने 36 तो लैके 51 तक आर्टिकल्स ने DPSP दे। इट इज़ द ड्यूटी ऑफ एवरी स्टेट टू अप्लाई द प्रिंसिपल बाय मेकिंग एनी न्यू लैजिसलेचर रूल्स होना चाहिए है हर कंट्री का जो भी कोई नवा मतलब कि लागू करना है कुछ भी चेंजिस करने हैं सरकार दे विच सब तो पहले एक प्रिंसिपल होना चाहिए एक लॉ होना चाहिए है। DPSP इज़ लाइक द इंस्ट्रूमेंट ऑफ इंस्ट्रक्शंस का एक इंस्ट्रूमेंट साधन मनिया जाता है कि बहुत सारी इंस्ट्रक्शंस जिहड़ियां सन सारी सरकार नूं DPSP ही दिंदा है। DPSP इज़ योर सोशल इकोनॉमिक फ्रीडम प्रोवाइड करता और पोलिटिकल फ्रीडम प्रोवाइड करता है। अ फेडरेशन विद अ स्ट्रॉन्ग सेंट्रलाइज्ड एजेंसी इट इज़ अ फेडरेशन विद अ स्ट्रॉन्ग सेंट्रलाइज्ड एजेंसी सेंटर हैज़ मोर पावर दैन स्टेट मतलब फेडरेशन दे विच ये आ कि जिहड़ी एक स्ट्रॉन्ग सेंट्रलाइज स्ट्रॉन्ग सब तो स्ट्रॉन्ग किनू मन्निया जाए स्टेट या सेंटर नूं। सो सब तो स्ट्रॉन्ग जिहड़ा वा साडा सेंटर आ जाता है क्योंकि अगर कोई एमरजेंसी भी पै जाए ना तो जिहड़ी है स्टेट वो भी किहदे अंडर आउंदी आ सेंटर के अंडर आउंदी है ठीक है। देयर इज़ अ सिंगल सिस्टम ऑफ कोर्ट विच इन बोथ सेंटर एंड स्टेट लॉ दोनों को हैंडल करने लिए एक ही कोर्ट आ सिस्टम ऑफ कोर्ट विच इनफोर्स किया जाता दोनों के सेंटर ते स्टेट ते। नैक्सट सिंगल सिटीजनशिप गल की गई है पार्ट 2 आर्टिकल 5 तो 11 के विच और द सिटीजनशिप एक्ट पूछा जा सकता है इट्स इंपॉर्टेंट कि सिटीजनशिप एक्ट जिहड़ा आ वो कदों होया सी 1955 के विच होया सी अमेंडमेंट 2019 के विच अलाउ द पीपल टू इंजॉय इक्वल राइट्स इहदा मेन मकसद की सी सिटीजनशिप एक्ट दा कि लोग जिहड़े अपनी हर राइट नूं इंजॉय कर सकन। और लास्ट साडे कोल एक फीचर आ जाता है संविधान का कॉन्स्टिट्यूशन दा जुडिशियल रिव्यू। जुडिशियल रिव्यू इवें आ कि सानू पता आ एग्जीक्यूटिव आ लैजिसलेचर आ और जुडिशरी आ ठीक है। और ਇਹਦੇ ਵਿੱਚ ਐਗਜ਼ੀਕਿਊਟਿਵ ਦੇ ਵਿੱਚ ਐਗਜ਼ੀਕਿਊਟ ਹੁੰਦਾ ਆ ਲੈਜਿਸਲੇਚਰ ਲਾਅ ਬਣਦੇ ਨੇ और जुडिशरी ਜਿਹੜੀ ਆ ਉਹਨੂੰ ਪਾਵਰ ਆ ਕਿ ਉਹ ਜਿਹੜੀ ਹੈ ਐਗਜ਼ੀਕਿਊਟਿਵ ਔਰ ਲੈਜਿਸਲੇਚਰ ਨੂੰ ਦੇਖ ਸਕੇ ਰੀਵਿਊ ਕਰ ਸਕੇ ਵਿਊ ਹੁੰਦਾ ਦੇਖਣਾ ਰੀਵਿਊ ਦੁਬਾਰਾ ਤੋਂ ਚੈੱਕ ਕਰ ਸਕੇ। ਸੋ ਇੱਥੇ ਸਾਡੀ ਕਲਾਸ ਹੋ ਗਈ ਹੈ ਕੰਪਲੀਟ। ਸੋ ਸਾਡਾ ਇੱਕ ਟੌਪਿਕ ਹੋ ਚੁੱਕਾ ਹੈ ਪੋਲਿਟੀ ਦੇ ਵਿੱਚ ਕੰਪਲੀਟ। तो ਤੁਸੀਂ ਜਿਹੜਾ ਵਾ ਹੁਣ ਇਹਦੇ ਨੋਟਸ ਨੂੰ ਕੱਲ੍ਹ ਦੀ ਕਲਾਸ ਦੇ ਵਿੱਚ ਸਭ ਤੋਂ ਪਹਿਲਾਂ ਇਹ ਜਿਹੜਾ ਨਾ
ਲਰਨ ਕਰਕੇ ਆਉਣਾ ਹੈ ਇੱਥੋਂ ਤੱਕ, ਠੀਕ ਹੈ। ਸੋ ਨੈਕਸਟ ਦੀ ਕਲਾਸ ਦੇ ਵਿੱਚ ਜਿਹੜੀ ਸੈਕੰਡ ਡੇ ਹੋਏਗੀ, ਸਭ ਤੋਂ ਪਹਿਲਾਂ ਅਸੀਂ ਕੁਛ ਕੁਐਸਚਨਸ ਸੋਲਵ ਕਰਾਂਗੇ ਪਿਛਲੇ ਟੌਪਿਕ ਦੇ ਵਿੱਚੋਂ, ਮਤਲਬ ਇਹਦੇ ਵਿੱਚੋਂ ਅਸੀਂ ਕੁਐਸਚਨਸ ਪੁੱਛਾਂਗੇ ਔਰ ਕੁਐਸਚਨ ਸੋਲਵ ਕਰਾਂਗੇ ਇੰਪੋਰਟੈਂਟ, ਔਰ ਫਿਰ ਨੈਕਸਟ ਕਲਾਸ ਵੱਲ ਵਧਾਂਗੇ। ਇਸੇ ਤਰ੍ਹਾਂ ਡੇਲੀ ਇਹਦੇ ਵਿੱਚੋਂ ਨੈਕਸਟ ਲਰਨ ਕਰਕੇ ਤੁਸੀਂ ਕੁਐਸਚਨ ਸੋਲਵ ਕਰਨੇ ਆ, ਨੈਕਸਟ ਕਲਾਸ ਸ਼ੁਰੂ ਕਰਾਂਗੇ। ਸੋ ਕੁਆਲਿਟੀ ਮੈਂ ਤੁਹਾਨੂੰ ਕਿਹਾ ਕਿ 8 ਚੋਂ 9 ਨੰਬਰ ਤੁਹਾਡੇ ਪੱਕੇ ਆ, ਠੀਕ ਹੈ। ਇੰਨਾ ਪੜ੍ਹ ਲਓ, ਇਸ ਤੋਂ ਬਾਅਦ ਕੁਛ ਨਹੀਂ ਆਏਗਾ। ਸੋ ਥੈਂਕਸ ਫॉर ਵਾचिंग, डोंट फॉरगेट टू सब्सक्राइब माय यूट्यूब चैनल और अपनी तैयारी वधिया करो।